ਗੁਰਬਾਣੀ ਦਾ ਪਵਿੱਤਰ ਫਰਮਾਨ ਹੈ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਭਾਈ ਰੇ ਗੁਰ ਬਿਨ ਸਹਿਜ ਨਾ ਹੋਏ, ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਇਹ ਬਾਰ-ਬਾਰ ਗੱਲਾਂ ਲੈ ਕੇ ਸਾਨੂੰ ਸਮਝਾਇਆ ਗਿਆ ਕਿ ਗੁਰ ਤੋਂ ਬਿਨਾਂ ਗਿਆਨ ਨਹੀਂ ਹੈ, ਗੁਰ ਤੋਂ ਬਿਨਾਂ ਸਹਿਜ ਨਹੀਂ ਹੈ, ਗੁਰ ਤੋਂ ਬਿਨਾਂ ਭਗਤ ਨਹੀਂ। ਤੇ ਪਾਤਸ਼ਾਹ ਦੱਸਦੇ ਆ ਕਿ ਜੇ 100 ਚੰਦਾ ਉਗਵੇ ਸੂਰਜ ਚੜੇ 1000, ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਕਿ 100 ਚੰਦਰਮਾ ਤੇ ਹਜ਼ਾਰਾਂ ਸੂਰਜ ਵੀ ਜੇ ਸਾਡੀ ਜ਼ਿੰਦਗੀ ਵਿੱਚ ਚੜੇ ਹੋਣ, ਗੁਰ ਤੋਂ ਬਿਨਾਂ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਰਹਿੰਦਾ ਹੈ, ਗੁਰੂ ਤੋਂ ਬਿਨਾਂ। ਹੁਣ ਇਹਦੇ ਤੇ ਥੋੜੀ ਵਿਚਾਰ ਕਰਾਂਗੇ ਕਿ ਗੁਰੂ ਕੀ ਹੈ, ਗੁਰ ਕੀ ਹੈ। ਗੁਰੂ ਪਿਆਰਿਓ, ਜਿਸ ਵਕਤ ਜੀਵ ਨੂੰ ਇਸ ਚੀਜ਼ ਦਾ ਗਿਆਨ ਮਿਲ ਜਾਂਦਾ ਹੈ ਕਿ ਮੈਂ ਸੰਸਾਰ ਵਿੱਚ ਕਿਹੜੇ ਕੰਮ ਵਾਸਤੇ ਆਇਆ ਸੀ, ਕਿਉਂਕਿ ਗੁਰੂ ਦੀ ਸਾਡੇ ਜੀਵਨ ਵਿੱਚ ਵੈਲਿਊ, ਜਦੋਂ ਅਸੀਂ ਸੰਸਾਰ 'ਚ ਆਏ ਸਭ ਤੋਂ ਪਹਿਲਾਂ ਸਾਡਾ ਗੁਰੂ ਸਾਡੀ ਮਾਂ, ਜਿਹਨੇ ਸਾਨੂੰ ਸੰਸਾਰ ਵਿੱਚ ਬੋਲਣਾ ਸਿਖਾਇਆ, ਸਭ ਕੁਝ ਸਿਖਾਇਆ, ਕਿਵੇਂ ਰਹਿਣਾ, ਕਿਵੇਂ ਸਹਿਣਾ। ਫਿਰ ਥੋੜੇ ਵੱਡੇ ਹੁੰਦੇ ਆ ਟੀਚਰ ਕੋਲ ਚਲੇ ਜਾਂਦੇ ਆ, ਸਕੂਲਾਂ ਵਿੱਚ ਪੜ੍ਹਦੇ ਆ, ਉੱਥੇ ਵੀ ਸਾਨੂੰ ਗਿਆਨ ਦਿੱਤਾ ਜਾਂਦਾ ਹੈ, ਪੜ੍ਹਾਈ ਕਰਾਈ ਜਾਂਦੀ ਹੈ, ਦੁਨਿਆਵੀ ਧਨ ਕਮਾਉਣ ਦਾ ਜੋ ਜ਼ਰੀਆ ਹੈ। ਇਹਨਾਂ ਚੀਜ਼ਾਂ ਤੋਂ ਇਲਾਵਾ ਜਦੋਂ ਸਾਨੂੰ ਇਸ ਚੀਜ਼ ਦਾ ਗਿਆਨ ਮਿਲ ਜਾਂਦਾ ਹੈ ਕਿ ਸਾਡੇ ਅਸਲ ਜੀਵਨ ਦਾ ਮਕਸਦ ਹੈ ਪਰਮਾਤਮਾ ਦਾ ਭਜਨ ਕਰਨਾ, ਪਰ ਇੱਥੇ ਜਾ ਕੇ ਅਸੀਂ ਦੁਵਿਧਾ ਦੇ ਵਿੱਚ ਪੈ ਜਾਂਦੇ ਹਾਂ। ਸਾਨੂੰ ਇਸ ਚੀਜ਼ ਦਾ ਵੀ ਗਿਆਨ ਮਿਲ ਜਾਂਦਾ ਹੈ ਕਿ ਅਸੀਂ ਭਗਤੀ ਕਰਨੀ ਹੈ, ਜਾਣੇ ਅਣਜਾਣੇ 'ਚ ਅਸੀਂ ਇਸ ਗੱਲ ਨੂੰ ਸਮਝ ਲਿਆ, ਪਰ ਇੱਥੇ ਇਨਸਾਨ ਕੀ ਕਰਦਾ ਹੈ, ਆਪਣੀ ਮੱਤ ਵਰਤਦਾ ਹੈ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ, ਕਿਉਂਕਿ ਪਿਆਰਿਓ, ਇਨਸਾਨ ਤੁਸੀਂ ਦੁਨਿਆਵੀ ਤੌਰ ਤੇ ਇੱਕ ਉਦਾਹਰਨ ਦੇ ਤੌਰ ਤੇ ਸਮਝ ਲਓ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਆਪਣੀ ਮੱਤ ਵਰਤਦੇ ਹਾਂ, ਆਪਣਾ ਦਿਮਾਗ ਵਰਤਦੇ ਹਾਂ, ਫਿਰ ਅਸੀਂ ਕੀ ਉੱਥੇ ਸਿਆਣੇ ਅਖਵਾਉਂਦੇ ਹਾਂ। ਕਹਿੰਦੇ ਆ ਕਿ ਇਹ ਬੰਦੇ ਨੇ ਕੰਮ ਕਰ ਦਿੱਤਾ, ਆਪਣੀ ਮੱਤ ਵਰਤੀ, ਇਹ ਸਿਆਣਾ। ਜਦੋਂ ਕੋਈ ਕੰਮ ਕਰ ਜਾਂਦਾ ਅਸੀਂ ਲਾਗੇ ਖਲੋਤੇ ਹੁੰਦੇ ਆ ਤੇ ਫਿਰ ਕਹਿੰਦੇ ਆ ਕਿ ਲੈ ਯਾਰ ਇਹਨੇ ਕੰਮ ਕਰ ਦਿੱਤਾ, ਅਸੀਂ ਮੂਰਖ ਰਹਿ ਗਏ, ਇਹ ਸਿਆਣਾ ਨਿਕਲ ਗਿਆ, ਸਾਨੂੰ ਕਿਉਂ ਨਹੀਂ ਇਸ ਚੀਜ਼ ਦਾ ਪਤਾ। ਬਸ ਇਹੀ ਚੀਜ਼ਾਂ ਨੂੰ ਸਮਝਣਾ। ਅਸੀਂ ਜਦੋਂ ਭਗਤੀ ਆਪਣੀ ਮੱਤ ਨਾਲ ਕਰਦੇ ਹਾਂ ਤੇ ਫਿਰ ਅਸੀਂ ਆਪਣੇ ਆਪ ਦੀ ਮੱਤ ਵਰਤ ਕੇ ਅਸੀਂ ਸਿਆਣੇ ਬਣ ਜਾਂਦੇ ਹਾਂ। ਤੇ ਗੁਰਬਾਣੀ ਦੇ ਵਿੱਚ ਸਿਆਣੇ ਨੂੰ ਕਿਤੇ ਥਾਂ ਨਹੀਂ, ਕਿਤੇ ਥਾਂ ਨਹੀਂ। ਪਾਤਸ਼ਾਹ ਤੇ ਇਹ ਕਹਿ ਰਹੇ ਆ ਕਿ ਆਪਣੀ ਸਿਆਣਪ ਛੱਡ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਸੋਈ ਕਰਾਵੇ ਜੋ ਤੁਧ ਭਾਵੇ, ਮੋਹਿ ਸਿਆਣਪ ਕਛੂ ਨਾਵੇ। ਹਮ ਮੂਰਖ ਤੁਮ ਚਤੁਰ ਸਿਆਣੇ। ਸਿਆਣਾ ਤੇ ਪਰਮਾਤਮਾ, ਅਸੀਂ ਤੇ ਮੂਰਖ ਬਣਦੇ। ਗੁਰ ਕੀ ਮਤ ਤੋਂ ਲੈ ਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਸਿਆਣਿਆਂ ਬਾਰੇ ਗੁਰਬਾਣੀ 'ਚ ਕਿਹਾ ਕਿ ਡੁੱਬ ਜਾਂਦੇ ਆ, ਪਰ ਅਸੀਂ ਤਾਂ ਤਰਨਾ ਹੈ। ਫਿਰ ਅਸੀਂ ਕਿਵੇਂ ਭਗਤੀ ਕਰਕੇ ਸਿਆਣੇ ਬਣ ਕੇ ਤੇ ਕਿਵੇਂ ਅਸੀਂ ਡੁੱਬਦੇ ਜਾ ਰਹੇ, ਇਸ ਚੀਜ਼ ਦਾ ਸਾਨੂੰ ਗਿਆਨ ਨਹੀਂ ਮਿਲਦਾ। ਤੇ ਪਾਤਸ਼ਾਹ ਸਿੱਧਾ ਗੁਰਬਾਣੀ 'ਚ ਕਹਿ ਰਿਹਾ ਕਿ ਗੁਰ ਬਿਨ ਗਿਆਨ ਨਾ ਹੋਏ। ਗਿਆਨ ਸਾਨੂੰ ਗੁਰੂ ਨੇ ਦੇਣਾ ਸੀ। ਪਰ ਪਿਆਰਿਓ, ਇੱਥੇ ਸਭ ਤੋਂ ਵੱਡੀ ਗੱਲ ਸਮਝਣ ਵਾਸਤੇ, ਜਿਵੇਂ ਅਸੀਂ ਦੁਨਿਆਵੀ ਕੰਮਾਂ ਦੇ ਵਿੱਚ ਸਭ ਕੁਝ ਸਿੱਖਦੇ ਹਾਂ, ਕਿਸੇ ਨੂੰ ਗੁਰੂ ਬਣਾਉਂਦੇ ਹਾਂ ਆਪਣਾ, ਕਿਸੇ ਕੋਲ ਵੀ ਸਿੱਖਿਆ ਉਹ ਸਾਡਾ ਗੁਰੂ ਬਣ ਜਾਂਦਾ, ਪਰ ਇੱਥੇ ਭਗਤੀ ਕਰਨ ਵਾਸਤੇ ਵੀ ਸਾਨੂੰ ਗੁਰ ਦੀ ਲੋੜ ਹੈ। ਗੁਰ ਤੋਂ ਬਿਨਾਂ ਭਗਤੀ ਨਹੀਂ ਹੈ। ਭਾਈ ਰੇ ਗੁਰ ਬਿਨ ਭਗਤ ਨਾ ਹੋਏ, ਭਗਤੀ ਹੋ ਹੀ ਨਹੀਂ ਸਕਦੀ। ਆਪਣੀ ਮੱਤ ਨਾਲ ਕਿਵੇਂ ਅਸੀਂ ਭਗਤੀ ਕਰ ਲਾਂਗੇ। ਪਾਤਸ਼ਾਹ ਤੇ ਫਿਰ ਕਹਿ ਰਹੇ ਆ ਕਿ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਗੱਲਾਂ ਦੇ ਨਾਲ ਅਸੀਂ ਪਾ ਨਹੀਂ ਸਕਦੇ ਉਹਨੂੰ। ਇੱਥੇ ਸਭ ਤੋਂ ਵੱਡੀ ਗੱਲ ਇਹ ਆ, ਪਾਤਸ਼ਾਹ ਸਾਨੂੰ ਦੱਸਦੇ ਆ ਕਿ ਜਿੰਨਾ ਮਰਜ਼ੀ ਫਿਰ ਅਸੀਂ ਉਹਨੂੰ ਜਪਦੇ ਜਾਈਏ, ਉਹ ਫਿਰ ਸਾਨੂੰ ਨਹੀਂ ਮਿਲ ਸਕਦਾ ਗੁਰੂ ਤੋਂ ਬਿਨਾਂ। ਭਰਮ ਹੀ ਨਹੀਂ ਦੂਰ ਹੋਣਾ ਸਾਡਾ। ਹੁਣ ਗੁਰੂ ਕੌਣ ਹੈ, ਇਸ ਚੀਜ਼ ਤੇ ਵਿਚਾਰ ਕਰਦੇ। ਗੁਰ ਕੀ ਹੈ? ਗੁਰ ਹੀ ਗੁਰੂ ਹੈ, ਇਹ ਸ਼ਾਇਦ ਸਾਡੇ ਮਨ 'ਚ ਭੁਲੇਖਾ ਪੈ ਜਾਂਦਾ ਹੈ। ਇਹ ਹੈ ਗੁਰੂ ਪਿਆਰਿਓ ਗਿਆਨ। ਜੇ ਅਸੀਂ ਦ੍ਰਿਸ਼ਟਮਾਨ ਨਾਲ ਜੁੜੇ ਹਾਂ, ਫਿਰ ਸਾਨੂੰ ਗੁਰ ਦਾ ਕਨਸੈਪਟ ਜਿਹੜਾ ਉਹ ਛੇਤੀ ਸਮਝ ਵਿੱਚ ਨਹੀਂ ਆਏਗਾ। ਜਦੋਂ ਅਸੀਂ ਦ੍ਰਿਸ਼ਟਮਾਨ ਆਕਾਰਾਂ ਨੂੰ ਪਰੇ ਕਰ ਦਾਂਗੇ ਤੇ ਸਾਨੂੰ ਫਿਰ ਗੁਰ ਦਾ ਗਿਆਨ ਜਿਹੜਾ, ਗੁਰ ਬਾਰੇ ਸਾਨੂੰ ਛੇਤੀ ਪਤਾ ਲੱਗਣ ਲੱਗ ਜਾਏਗਾ ਕਿ ਗੁਰ ਕੀ ਹੈ। ਗੁਰ ਪਿਆਰਿਓ ਕੋਈ ਸਰੀਰ ਨਹੀਂ ਹੈ।
ਗੁਰੂ ਸਰੀਰ ਨਹੀਂ ਹੁੰਦਾ। ਹੁਣ ਜਦੋਂ ਅਸੀਂ ਸਕੂਲਾਂ ਵਿੱਚ ਪੜ੍ਹਦੇ ਹਾਂ, ਸਾਡੇ ਟੀਚਰ ਹੁੰਦੇ ਆ, ਜੇ ਅਸੀਂ ਟੀਚਰ ਨੂੰ, ਉਹਨੂੰ ਸਰੀਰ ਨੂੰ ਗੁਰੂ ਸਮਝੀਏ ਤੇ ਗੁਰੂ ਪਿਆਰੇ ਉਹ ਗੁਰੂ ਨਹੀਂ ਹੈ। ਉਹ ਸਰੀਰ ਨੇ ਕਿਸੇ ਦੂਜੇ ਸਰੀਰ ਤੋਂ ਸਿੱਖਿਆ ਲਈ ਹੈ, ਗਿਆਨ ਲਿਆ। ਅਸੀਂ ਉਹਨਾਂ ਕੋਲ ਸਿੱਖਿਆ ਲੈਂਦੇ ਹਾਂ, ਕਿਸੇ ਸਮੇਂ ਜਾ ਕੇ ਫਿਰ ਅਸੀਂ ਗੁਰੂ ਬਣ ਜਾਂਦੇ, ਅਸੀਂ ਫਿਰ ਦੂਜਿਆਂ ਨੂੰ ਸਿੱਖਿਆ ਦਿੰਦੇ ਹਾਂ। ਉਹ ਜਿਹੜੀ ਸਿੱਖਿਆ ਚੱਲਦੀ ਆ ਰਹੀ ਹੈ, ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਆਉਂਦੀ ਹੈ, ਅੱਗੇ ਅੱਗੇ ਚੱਲਦੀ ਆਉਂਦੀ ਹੈ, ਜੁੱਗਾਂ ਜੁੱਗਾਂ ਤੋਂ ਚੱਲਦੀ ਆ ਰਹੀ ਹੈ। ਉਹਨੂੰ ਕਹਿੰਦੇ ਗਿਆਨ, ਉਹ ਹੈ ਗੁਰ। ਉਹ ਕਦੇ ਖਤਮ ਨਹੀਂ ਹੁੰਦਾ, ਉਹ ਸਦੀਵ ਹੀ ਰਹਿੰਦਾ। ਸਰੀਰ ਖਤਮ ਹੋ ਜਾਂਦੇ ਆ। ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਇੱਧਰਲੇ ਪਾਸੇ ਆ ਜਾਈਏ, ਗੁਰੂ ਨਾਨਕ ਪਾਤਸ਼ਾਹ ਨੂੰ ਵੇਖੀਏ, ਫਿਰ ਤੇ ਗੁਰੂ ਨਾਨਕ ਪਾਤਸ਼ਾਹ ਇੱਕ ਸਰੀਰ ਹੈ, ਗੁਰੂ ਅੰਗਦ ਦੇਵ ਪਾਤਸ਼ਾਹ ਇੱਕ ਸਰੀਰ ਹੈ, ਗੁਰੂ ਅਮਰਦਾਸ ਪਾਤਸ਼ਾਹ ਇੱਕ ਸਰੀਰ ਹੈ, ਫਿਰ ਤੇ 10 ਸਰੀਰ ਬਣ ਜਾਣਗੇ। ਪਰ ਜਦੋਂ ਅਸੀਂ ਸਰੀਰਾਂ ਨੂੰ ਪਾਸੇ ਕਰ ਦਾਂਗੇ ਤੇ ਫਿਰ ਸਾਨੂੰ ਪਤਾ ਲੱਗਣਾ ਕਿ ਨਹੀਂ, ਇਹ ਸਾਰਾ ਕੁਝ ਇੱਕ ਹੀ ਹੈ, ਇੱਕ ਹੀ ਗੁਰ ਦਾ ਗਿਆਨ ਸਾਰਾ ਦੇ। ਗੁਰੂ ਨਾਨਕ ਪਾਤਸ਼ਾਹ ਨੇ ਗਿਆਨ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਦਿੱਤਾ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗਿਆਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਦਿੱਤਾ। ਕਿਉਂਕਿ ਆਪਣੀ ਮੱਤ ਦੇ ਨਾਲ ਤੇ ਗੁਰੂ ਅਮਰਦਾਸ ਪਾਤਸ਼ਾਹ ਵੀ ਬੜਾ ਜੀਵਨ ਜਿਹੜਾ ਸੀ ਉਹ ਆਪਣੀ ਮੱਤ ਨਾਲ ਚੱਲਦੇ ਰਹਿੰਦੇ ਸੀ। ਪਰ ਜਦੋਂ ਪਤਾ ਲੱਗਾ ਕਿ ਨਹੀਂ, ਜਾਣਾ ਗੁਰੂ ਕੋਲ ਪੈਣਾ, ਉੱਥੋਂ ਪਤਾ ਲੱਗਣਾ, ਤਰੀਕਾ ਸਿੱਖਣਾ, ਫਿਰ ਉਹਨਾਂ ਨੇ ਕਿਹਾ ਸੀ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੂੰ ਪਾਇਆ। ਕਿ ਕਿਵੇਂ ਪ੍ਰਮਾਤਮਾ ਨੂੰ ਪਾਇਆ, ਆਪਣੀ ਮੱਤ ਨਾਲ ਪਹਿਲਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪ੍ਰਮਾਤਮਾ ਨੂੰ। ਪਰ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਚਰਨਾਂ 'ਚ ਗਏ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੰਕਾਰ ਸੀ ਉਹ ਢਾਇਆ। ਪਹਿਲਾਂ 12 ਸਾਲ ਸੇਵਾ ਕਰਾ ਕੇ ਉਹਨਾਂ ਕੋਲ ਗਾਗਰ ਢਵਾ ਕੇ, ਫਿਰ ਉਹਨਾਂ ਨੂੰ ਆਪਣਾ ਗਿਆਨ ਦਿੱਤਾ ਜਿਹੜਾ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਕੋਲ ਲਿਆ ਸੀ। ਉਹ ਗਿਆਨ ਉਹਨਾਂ ਨੂੰ ਦਿੱਤਾ, ਫਿਰ ਉਹ ਗੁਰੂ ਬਣ ਗਏ ਆ। ਉਸ ਤੋਂ ਬਾਅਦ ਉਹਨਾਂ ਨੇ ਗਿਆਨ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਦਿੱਤਾ। ਇਹ ਪੀੜ੍ਹੀ ਦਰ ਪੀੜ੍ਹੀ ਜੋ ਗਿਆਨ ਸਿੱਖਿਆ ਚੱਲਦੀ ਆ ਰਹੀ ਹੈ, ਇਹ ਸਾਡਾ ਗੁਰੂ ਹੈ, ਨਾ ਕਿ ਸਰੀਰ ਸਾਡਾ ਗੁਰੂ ਹੈ। ਉਹੀ ਗਿਆਨ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਰਹੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਸਾਰਾ ਗੁਰ ਦਾ ਗਿਆਨ ਦੇ ਰਹੇ, ਪਰ ਭੇਦ ਨਾ ਹੋਣ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਸਮੇਂ-ਸਮੇਂ ਤੇ ਆ ਕੇ ਇਹੀ ਗਿਆਨ ਜਿਹੜੇ ਜੀਵਨ 'ਚ ਕਮਾਉਂਦੇ ਆ, ਉਹ ਜਿਹੜਾ ਗਿਆਨ ਜੀਵਨ 'ਚ ਜਿਹਨੇ ਕਮਾ ਲਿਆ, ਉਹ ਮਾਲਕ ਉਹਨਾਂ ਤੇ ਕਿਰਪਾ ਕਰਦਾ, ਉਹਨਾਂ ਦੀ ਰਸਨਾ ਤੇ ਬਹਿ ਕੇ ਆਪ ਉਹਨਾਂ ਜੀਵਾਂ ਦੇ ਦੁਆਰਾ ਫਿਰ ਦੂਜਿਆਂ ਨੂੰ ਗਿਆਨ ਦਿੰਦਾ ਹੈ। ਉਹ ਸਾਧੂ ਜਨ, ਸੰਤ ਜਨ, ਜਿਹੜੇ ਸਮੇਂ-ਸਮੇਂ ਤੇ ਆ ਕੇ ਗੁਰਮੁਖ ਜਨ ਸਾਨੂੰ ਇਹ ਭੇਦ ਦਿੰਦੇ ਰਹੇ। ਜਿਵੇਂ ਭਗਤ ਕਬੀਰ ਸਾਹਿਬ ਨੇ ਰਾਮਾਨੰਦ ਜੀ ਕੋਲ ਜਾ ਕੇ ਗੁਰ ਦਾ ਗਿਆਨ ਲਿਆ ਸੀ, ਫਿਰ ਜਾ ਕੇ ਉਹਨਾਂ ਤੇ ਕਿਰਪਾ ਹੋਈ ਸੀ। ਸੋ ਅਸਲ ਜਦੋਂ ਅਸੀਂ ਆਪਣੇ ਜੀਵਨ ਦਾ ਮਕਸਦ ਪੂਰਾ ਕਰਨਾ ਨਾ, ਭਗਤੀ ਵਾਲਾ ਪਿਆਰੇ, ਉੱਥੇ ਸਾਨੂੰ ਗਿਆਨ ਲੈਣ ਦੀ ਲੋੜ ਹੈ। ਅਸੀਂ ਆਪਣੀ ਮੱਤ ਦੇ ਨਾਲ ਨਹੀਂ ਚੱਲ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਸਾਨੂੰ ਗਿਆਨ ਹੀ ਨਹੀਂ ਮਿਲਣਾ ਕਿ ਅਸੀਂ ਕੌਣ ਆ, ਕਿਉਂਕਿ ਗਿਆਨ ਲੈ ਕੇ ਹੀ ਅਸੀਂ ਆਪਣੇ ਆਪ ਨੂੰ ਪਹਿਲਾਂ ਪਹਿਚਾਣਦੇ ਹਾਂ। ਪ੍ਰਮਾਤਮਾ ਨੂੰ, ਹੁਣ ਸਾਡਾ ਮਕਸਦ ਹੈ ਪ੍ਰਮਾਤਮਾ ਨੂੰ ਮਿਲਣਾ, ਤੇ ਪ੍ਰਮਾਤਮਾ ਦੂਰ ਨਹੀਂ ਹੈ। ਗੁਰਬਾਣੀ ਕਹਿ ਰਹੀ ਹੈ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਵੀ ਉਹ ਤਾਂ ਤੇਰੇ ਨਾਲ ਹੀ ਹੈ, ਤੂੰ ਉਹਨੂੰ ਕੀ ਮਿਲਣਾ। ਪਰ ਗੁਰ ਦੀ ਮੱਤ ਲੈ ਕੇ ਉਹਦੇ ਰੰਗ ਨੂੰ ਮਾਣ। ਗੁਰ ਦੀ ਮੱਤ ਲੈ ਕੇ ਅਸੀਂ ਆਪਣੇ ਆਪ ਨੂੰ ਪਛਾਣਦੇ ਹਾਂ। ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਬਿਨਾਸੀ। ਆਪਣੇ ਆਪ ਨੂੰ ਪਹਿਚਾਨਣਾ। ਅਸੀਂ ਕੌਣ ਹਾਂ? ਮਨ ਤੂੰ ਜੋਤ ਸਰੂਪ ਹੈ। ਆਪਣੀ ਜੋਤ ਨੂੰ ਪਹਿਚਾਨਣਾ। ਉਹ ਗਿਆਨ ਦੇਗਾ ਕੋਈ ਤੇ ਫਿਰ ਹੀ ਅਸੀਂ ਪਹਿਚਾਣ ਸਕਦੇ। ਉਹ ਮਾਲਕ ਆਪ ਕਿਰਪਾ ਕਰਦਾ ਜਿਨ੍ਹਾਂ ਜੀਵਾਂ ਦੀ। ਜਦੋਂ ਅਸੀਂ ਆਪਣੇ ਜੋਤ ਸਰੂਪ ਦੀ ਪਹਿਚਾਣ ਕਰ ਲੈਂਦੇ ਤਾਂ ਫਿਰ ਅਸੀਂ ਆਪਣੇ ਮੂਲ ਨੂੰ ਪਹਿਚਾਣ ਲੈਂਦੇ ਹਾਂ, ਪਰਮਾਤਮਾ ਨੂੰ। ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਜਾਣਨਾ। ਆਪਣੇ ਆਪ ਨੂੰ ਗੁਰੂ ਪਿਆਰੇ ਆਪਣੀ ਮੱਤ ਦੇ ਦੁਆਰਾ ਅਸੀਂ ਕਿਵੇਂ ਜਾਣ ਸਕਦੇ ਹਾਂ? ਕਦੀ ਨਹੀਂ ਜਾਣ ਸਕਦੇ। ਸੋ ਇਹ ਜਿਹੜਾ ਗਿਆਨ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਸਾਰਾ ਚੱਲਦਾ ਆ ਰਿਹਾ, ਜੁੱਗਾਂ ਜੁੱਗਾਂ ਤੋਂ ਚੱਲਦਾ ਆ ਰਿਹਾ, ਗੁਰੂ ਪਿਆਰਿਓ, ਉਸੇ ਗਿਆਨ ਦੇ ਦੁਆਰਾ ਹੀ ਅਸੀਂ ਆਪਣੇ ਆਪ ਨੂੰ ਜਾਣ ਸਕਦੇ ਹਾਂ, ਪਰਮਾਤਮਾ ਨੂੰ ਜਾਣ ਸਕਦੇ ਹਾਂ। ਉਹ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਰਹੀ ਹੈ। ਨਾ ਭੇਤ ਹੋਣ ਕਰਕੇ ਅਸੀਂ ਗੁਰਮੁਖਾਂ ਕੋਲੋਂ ਵੀ ਸਿੱਖਦੇ ਹਾਂ ਚੀਜ਼ਾਂ। ਤੇ ਗੁਰਮੁਖ ਜਨ ਜਿਨ੍ਹਾਂ ਨੇ ਕਮਾਇਆ, ਜਿਹੜੇ ਆਪ ਉਹਦੇ 'ਚ ਸਮਾ ਗਏ, ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਿਹਾ ਸਮਾਈ, ਜਿਹੜਾ ਸਮਾਇਆ ਹੋਇਆ ਗੁਰਮੁਖ ਹੈ, ਉਹ ਸਾਨੂੰ ਇਸ ਚੀਜ਼ ਦਾ ਭੇਦ ਦਿੰਦਾ। ਫਿਰ ਜਾ ਕੇ ਸਾਨੂੰ ਆਪਣੇ ਆਪ ਦਾ ਗਿਆਨ ਮਿਲਦਾ, ਆਪਣੇ ਆਪ ਦੀ ਸੋਝੀ ਮਿਲਦੀ ਹੈ, ਫਿਰ ਹਰੀ ਦਾ ਗਿਆਨ ਮਿਲਦਾ ਸਾਨੂੰ। ਉਹ ਸਾਧੂ ਜਨ ਸਾਨੂੰ ਦੱਸਦੇ ਆ, ਗੁਰਬਾਣੀ ਸਾਨੂੰ ਦੱਸਦੀ ਹੈ ਕਿ ਕਿਵੇਂ ਇਸ ਅਸਥੂਲ ਮਨ ਨੂੰ ਤੁਸੀਂ ਪ੍ਰਕਾਸ਼ ਰੂਪ ਕਰਨਾ। ਜਿਉ ਮਹਾ ਉਧਿਆਨ ਮੈਂ ਮਾਰਗ ਪਾਵੇ, ਤੇ ਉਹ ਸਾਧੂ ਸੰਗ ਮੇਰੀ ਜੋਤ ਪ੍ਰਗਟਾਵੇ। ਉਹ ਸਾਡਾ ਪ੍ਰਕਾਸ਼ ਰੂਪ ਮਨ, ਜਦੋਂ ਅਸੀਂ ਉਹਨੂੰ ਪਹਿਚਾਣ ਲੈਂਦੇ ਹਾਂ, ਫਿਰ ਅਸੀਂ ਹਰੀ ਦੀ ਪਹਿਚਾਣ ਕਰਦੇ ਹਾਂ। ਗੁਰੂ ਪਿਆਰਿਓ, ਇਹ ਫਿਰ ਸਟੈਪ ਬਾਏ ਸਟੈਪ ਸਾਨੂੰ ਦੱਸਦੇ ਕਿ ਜਦੋਂ ਗਿਆਨ ਅਸੀਂ ਲੈਣ ਲੱਗ ਪਏ, ਫਿਰ ਸਾਰਾ ਕੁਝ ਆਪਣੇ ਆਪ ਸਾਨੂੰ ਪਤਾ ਲੱਗ ਜਾਂਦਾ। ਕਿਵੇਂ ਅਸੀਂ ਆਪਣੇ ਆਪ ਨੂੰ ਬੁੱਝਣਾ, ਮਨ ਦੀ ਜੋਤ ਨੂੰ ਪਹਿਚਾਨਣਾ, ਕਿਵੇਂ ਅਸੀਂ ਨਾਮ ਨੂੰ ਬੁੱਝਣਾ, ਤੇ ਫਿਰ ਕਿਵੇਂ ਅਸੀਂ ਹਰੀ ਨੂੰ ਧਿਆਉਣਾ। ਇਹ ਗੁਰੂ ਪਿਆਰਿਓ ਸਾਨੂੰ ਚੀਜ਼ਾਂ ਦਾ ਗਿਆਨ ਮਿਲਦਾ। ਪਰ ਕਦੋਂ ਮਿਲਦਾ ਹੈ? ਜਦੋਂ ਅਸੀਂ ਮੱਤ ਲੈਂਦੇ ਹਾਂ, ਗੁਰ ਦੀ ਮੱਤ। ਆਪਣੀ ਮੱਤ ਨੂੰ ਛੱਡ ਕੇ ਆਪਣੇ ਆਪ ਨੂੰ ਛੱਡਣਾ। ਆਪਣੀ ਮੱਤ ਨਾਲ ਗੁਰੂ ਪਿਆਰਿਓ ਭਗਤੀ ਦੀ ਕੋਈ ਥਾਂ ਨਹੀਂ। ਅਸੀਂ ਜੋ ਵੀ ਕਰਮ ਕਾਂਡ ਕਰ ਰਹੇ ਹਾਂ, ਸਾਰੇ ਆਪਣੀ ਮੱਤ ਨਾਲ ਕਰਦੇ ਹਾਂ। ਇਹ ਗੁਰੂ ਪਿਆਰਿਓ ਸਾਡੇ ਪੁੰਨ ਦਾਨ ਕਰਮ ਕਾਂਡ ਜਿਹੜੇ ਆ, ਇਹ ਸਭ ਕੁਝ ਗੁਰਬਾਣੀ ਕਹਿੰਦੀ ਹੈ ਧਰਮਰਾਜ ਦੇ ਕੋਲ ਹੀ ਜਾਣੇ ਆ। ਪੁੰਨ ਦਾਨ ਜੋ ਬੀਜਦੇ ਸਭ ਧਰਮਰਾਜ ਕੇ ਜਾਏ।
ਸੋ ਅਸੀਂ ਇਹ ਰਸਤਾ ਜਿਹੜਾ ਬੰਦ ਕਰਦੇ ਹਾਂ ਆਪਣਾ। ਸੋ ਗੁਰੂ ਪਿਆਰਿਓ, ਇਹ ਜਿਹੜਾ ਟੌਪਿਕ ਹੈ ਬਹੁਤ ਲੰਬਾ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਅਭਿਆਸੀ ਬਣੀਏ, ਅਸੀਂ ਉਹ ਗਿਆਨ ਪ੍ਰਾਪਤ ਕਰੀਏ ਤੇ ਗੁਰੂ ਪਿਆਰਿਓ ਗਿਆਨ ਲੈ ਕੇ ਅਸੀਂ ਭਗਤੀ ਕਰੀਏ। ਭਗਤੀ ਕਰਦਿਆਂ ਹੀ ਸਾਨੂੰ ਆਪਣੇ ਆਪ ਹੀ ਸਾਰੀ ਚੀਜ਼ਾਂ ਦੀ ਸੋਝੀ ਆ ਜਾਂਦੀ ਹੈ। ਸਾਨੂੰ ਕਿਸੇ ਕੋਲੋਂ ਕੁਝ ਫਿਰ ਸਿੱਖਣਾ ਨਹੀਂ ਪੈਂਦਾ, ਅਸੀਂ ਸਿਰਫ ਆਪਣੇ ਆਪ ਨੂੰ ਛੱਡਣਾ ਹੁੰਦਾ। ਸੋ ਇਹ ਮਾਲਕ ਸਾਡੇ ਤੇ ਕਿਰਪਾ ਕਰੇ। ਅਰਦਾਸਾਂ ਬੇਨਤੀਆਂ ਨੇ, ਇਹ ਗਿਆਨ ਲੈ ਕੇ ਅਸੀਂ ਅਭਿਆਸੀ ਬਣਨਾ ਤੇ ਗੁਰੂ ਪਿਆਰਿਓ ਫਿਰ ਇਹਨਾਂ ਚੀਜ਼ਾਂ ਦੀ ਸਾਨੂੰ ਸੋਝੀ ਮਿਲਦੀ ਹੈ। ਸੋ ਇਹ ਸਮਾਂ ਹੈ ਸਾਨੂੰ ਮਿਲਿਆ ਮਾਨਸ ਜਨਮ, ਇਸੇ ਸਮੇਂ ਦੇ ਵਿੱਚ ਰਹਿ ਕੇ ਅਸੀਂ ਮਾਲਕ ਨੂੰ ਪਾਉਣਾ, ਆਪਣੇ ਆਪ ਦੀ ਪਹਿਚਾਣ ਕਰਕੇ। ਸੋ ਮਾਲਕ ਸਾਡੇ ਸਾਰਿਆਂ ਤੇ ਕਿਰਪਾ ਕਰੇ, ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ, ਅਸੀਂ ਸਦਾ ਹੀ ਉਹਨੂੰ ਧਿਆਉਂਦੇ ਰਹੀਏ, ਸਦਾ ਹੀ ਮੂਰਖ ਬਣ ਕੇ ਧਿਆਉਣਾ ਹੈ, ਆਪਣੇ ਆਪ ਨੂੰ ਨੀਚ ਜਨਾਉਣਾ ਹੈ, ਫਿਰ ਜਾ ਕੇ ਅਸੀਂ ਇਸ ਰਸਤੇ ਤੇ ਪਿਆਰੇ ਪਰਪੱਕ ਹੁੰਦੇ ਹਾਂ। ਸੋ ਮਾਲਕ ਸਾਡੇ ਤੇ ਆਪ ਕਿਰਪਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ